ਹੈਲੋ एवरीवन, ਮੈਂ ਸੁਮਿਤ ਉਬਰਾਏ ਤੁਹਾਡਾ ਸਵਾਗਤ ਕਰਦਾ ਕੈਰੀਅਰ ਡੈਸਟੀਨੇਸ਼ਨ ਅਕੈਡਮੀ ਵੱਲੋਂ। ਅੱਜ ਆਪਾਂ ਇੱਕ ਛੋਟਾ ਜਿਹਾ ਬੁੱਧਿਜ਼ਮ ਦਾ ਟੌਪਿਕ ਕਰਨ ਜਾ ਰਹੇ ਹਾਂ, ਜਿਸ ਬਾਰੇ ਹੁਣ ਹੀ ਲੇਟੈਸਟ ਆਪਾਂ ਕਈ ਐਂਸ਼ੀਐਂਟ ਦੇ ਟੌਪਿਕ ਕੀਤੇ ਹੈਗੇ। ਉਹਨਾਂ ਵਿੱਚੋਂ ਇੱਕ ਟੌਪਿਕ ਹੈਗਾ ਰਿਲੀਜੀਅਸ ਦੇ ਰਿਗਾਰਡਿੰਗ ਟੌਪਿਕ ਹੈਗਾ ਬੁੱਧਿਜ਼ਮ। ਆਓ ਆਪਾਂ ਸ਼ੁਰੂਆਤ ਕਰੀਏ ਇਸ ਦਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੁੱਧਿਜ਼ਮ ਦੇ ਜਿਹੜੇ ਰਚੇਤਾ ਜਾਂ ਫਾਊਂਡਰ ਦੀ ਗੱਲ ਕਰੀਏ, ਕੌਣ ਹੈਗੇ ਤੁਹਾਡੇ? ਗੌਤਮ ਬੁੱਧਾ ਜੀ, ਠੀਕ ਹੈ, ਜਿਨ੍ਹਾਂ ਨੇ ਬੁੱਧਿਜ਼ਮ ਦੀ ਕੀ ਕੀਤੀ, ਸਥਾਪਨਾ ਕੀਤੀ। ਅਸਲ ਵਿੱਚ ਜਦ ਇਹ ਬੁੱਧਿਜ਼ਮ ਸਟਾਰਟ ਹੋਇਆ, ਸਟਾਰਟਿੰਗ ਜਿਹੜਾ ਮੰਨਿਆ ਜਾਂਦਾ ਹੈ ਤੇ ਇਹਦੇ ਪੁਖਤਾ ਸਬੂਤ ਵੀ ਮਿਲਦੇ ਹਨ। ਉਹ ਕਿਹੜੇ ਟਾਈਮ ਦੇ ਅੰਦਰ ਸਟਾਰਟ ਹੋਇਆ ਸੀ? 7th ਤੇ 5th ਸੈਂਚੁਰੀ BC ਦੇ ਅੰਦਰ। BC ਦਾ ਮਤਲਬ ਹੈਗਾ ਬਿਫੋਰ ਕ੍ਰਾਈਸਟ, ਜਿਹਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਇਆ। ਇਹਦੇ ਵਿੱਚ ਇੰਟੈਲੈਕਚੁਅਲ ਤੇ ਸਪਿਰਿਚੁਅਲ ਡਿਵੈਲਪਮੈਂਟ ਹੋਈ। ਕਿਸ ਦੀ? ਸਪਿਰਿਚੁਅਲ ਮਤਲਬ ਕਿ ਆਪਣੀ ਧਾਰਮਿਕ ਜਾਂ ਆਪਾਂ ਗਲੀ ਰੂਹ ਦੀ, ਠੀਕ ਹੈ, ਜਿਸ ਨਾਲ ਪੂਰੀ ਦੁਨੀਆ ਦੇ ਅੰਦਰ ਕੀ ਆਏ, ਕਾਫੀ ਜੋ ਚੇਂਜਸ ਆਏ ਤੇ ਜਿਸ ਦੇ ਨਾਲ ਦੋ ਮੇਨ ਧਰਮ ਉਜਾਗਰ ਹੋਏ, ਠੀਕ ਹੈ। ਔਰ ਉਸ ਦਾ ਮਤਲਬ ਉਜਾਗਰ ਹੋਏ ਜਾਂ ਐਗਜ਼ੀਕਿਊਟ ਹੋਏ, ਜਿਹੜੇ ਕਿਹੜੇ ਸੀਗੇ ਤੁਹਾਡੇ? ਜੈਨਿਜ਼ਮ ਤੇ ਬੁੱਧਿਜ਼ਮ। ਸਭ ਤੋਂ ਪਹਿਲਾਂ ਆ ਦੇਖੋ, ਮਹਾਤਮਾ ਬੁੱਧ ਜੀ ਬਾਰੇ ਆਪਾਂ ਗੱਲ ਕਰ ਰਹੇ ਹੈਗੇ ਆ ਬੁੱਧਿਜ਼ਮ 'ਚ, ਠੀਕ ਹੈ। ਤੇ ਜਿਹੜੇ ਮਹਾਤਮਾ ਬੁੱਧ ਸੀਗੇ, ਉਹਨਾਂ ਦਾ ਜਿਹੜਾ ਨਾਮ ਸੀਗਾ, ਉਹਨਾਂ ਨੂੰ ਗੌਤਮ ਬੁੱਧਾ ਕਿਹਾ ਜਾਂਦਾ ਸੀਗਾ, ਠੀਕ ਹੈ। ਉਹਨਾਂ ਨੂੰ ਸਿਧਾਰਥਾ ਵੀ ਕਿਹਾ ਜਾਂਦਾ ਹੈਗਾ, ਸ਼ਕਿਆ ਮੁਨੀ ਵੀ ਕਿਹਾ ਜਾਂਦਾ ਹੈਗਾ, ਤਥਾਗਾਟਾ ਵੀ ਕਿਹਾ ਜਾਂਦਾ ਹੈਗਾ, ਠੀਕ ਹੈ। ਸਿਧਾਰਥਾ ਇਹਨਾਂ ਦਾ ਬਚਪਨ ਦਾ ਨਾਮ ਸੀਗਾ। ਤੇ ਜਿਹੜਾ ਇਹਨਾਂ ਦਾ ਜਨਮ ਹੋਇਆ ਸੀਗਾ 563 BC ਦੇ ਅੰਦਰ ਹੋਇਆ ਸੀਗਾ, ਜਿਹਦੇ ਪੁਖਤਾ ਮਤਲਬ ਕਿ ਮਿਲਦੇ ਹੈ। ਉਹਦਾ ਕਿਹੜੀ ਜਗ੍ਹਾ ਤੇ ਹੋਇਆ ਸੀਗਾ? ਵਿਸ਼ਾਖ ਪੂਰਨਿਮਾ ਦਿਨ ਸੀਗਾ, ਜਿਹੜਾ ਲੁੰਬਾਨੀ ਵਿੱਚ ਸੀ। ਤੇ ਜਿਹੜਾ ਨੇੜੇ ਕਿਦੇ ਸੀਗੇ? ਕਪਿਲ ਵਸਤੂ ਸੀ ਕੈਪੀਟਲ। ਕਿਸ ਦੀ ਕੈਪੀਟਲ ਸੀਗੀ ਉਹ? ਸਕਿਆ ਰਿਪਬਲਿਕ ਦੀ, ਜਿਹੜਾ ਹੁਣ ਐਟ ਪ੍ਰੈਜ਼ੈਂਟ ਕਿੱਥੇ ਮਿਲਦੀ ਹੈਗੀ ਤੁਹਾਡੀ? ਨੇਪਾਲ ਦੇ ਅੰਦਰ। ਅੱਗੇ ਆਪਾਂ ਚੱਲਦੇ ਹਾਂ। ਹੁਣ ਅੱਗੇ ਗੱਲ ਕਰਦੇ ਕਿ ਇਹਨਾਂ ਦੇ ਅੱਗੇ ਗੱਲ ਕਰਦੇ ਮਦਰ ਦਾ ਨਾਮ ਸੀਗਾ ਸਿਧਾਰਥਾ ਦੇ ਜਿਹੜੇ ਮਦਰ ਸੀਗੇ ਉਹ ਸੀਗੇ ਮਹਾਮਾਇਆ ਸੀਗੇ, ਜਿਹੜੇ ਕਿ ਗੌਤਮ ਬੁੱਧਾ ਦਾ ਬਰਥ ਦੇ ਹੋਣ ਤੋਂ ਬਾਅਦ ਨਾਲ ਦੀ ਨਾਲ ਕੀ ਹੋ ਗਏ ਸੀ? ਐਕਸਪਾਇਰ ਹੋ ਗਏ ਸੀ। ਫਿਰ ਉਸ ਤੋਂ ਬਾਅਦ ਜਿਹੜਾ ਮਹਾਤਮਾ ਆਪਾਂ ਗੱਲ ਕਰੀਏ ਗੌਤਮ ਬੁੱਧਾ ਜੀ ਨੂੰ, ਤੇ ਇਹਨਾਂ ਨੂੰ ਜਿਹੜਾ ਪਾਲਿਆ ਉਹ ਕਿਸਨੇ ਪਾਲਿਆ? ਇਹਨਾਂ ਦੇ ਮੈਟਰਨਲ ਆਂਟ ਮਤਲਬ ਕਿ ਮਾਸੀ ਜੀ, ਜਿਹੜੇ ਬਾਅਦ ਕੀ ਬਣੇ? ਇਹਨਾਂ ਦੇ ਸਟੈਪ ਮਦਰ ਬਣੇ, ਠੀਕ ਹੈ, ਜਿਨ੍ਹਾਂ ਦਾ ਨਾਮ ਕੀ ਸੀਗਾ? ਪ੍ਰਜਾਪਤੀ ਗੌਤਮੀ। ਤੇ ਇਸ ਕਰਕੇ ਇਹਨਾਂ ਨੂੰ ਆਪਾਂ ਗੌਤਮ ਕਹਿੰਦੇ ਹਾਂ, ਠੀਕ ਹੈ। ਜਿਹੜੇ ਇਹਨਾਂ ਦੇ ਫਾਦਰ ਸੀਗੇ ਮਹਾਤਮਾ ਬੁੱਧ ਜੀ ਦੇ, ਸਿਧੋਧਿਆਨ, ਉਹ ਕੌਣ ਸੀਗੇ? ਕਿੰਗ ਸੀਗੇ, ਰਾਜਾ ਸੀ। ਕਿਸ ਦੇ? ਤੁਹਾਡੇ ਆਪਾਂ ਜਿਹੜਾ ਹੁਣ ਸਕਿਆ ਰਿਪਬਲਿਕ ਗੱਲ ਕੀਤੀ ਹੈ, ਜਿੱਥੇ ਉਹਨਾਂ ਦਾ ਕੀ ਹੋਇਆ ਸੀਗਾ? ਜਨਮ ਹੋਇਆ ਸੀਗਾ। ਤੇ ਜਿਹੜਾ ਮਹਾਤਮਾ ਬੁੱਧ ਜੀ ਦਾ ਜਿਹੜਾ ਵਿਆਹ ਹੋਇਆ ਸੀ, ਕਿਸ ਨਾਲ ਹੋਇਆ ਸੀਗਾ? ਯਸ਼ੋਧਰਾ ਜੀ ਨਾਲ। ਕਿਹੜੀ ਉਮਰ 'ਚ ਹੋਇਆ ਸੀ? 16 ਸਾਲ ਦੀ ਉਮਰ 'ਚ। ਤੇ ਉਹਨਾਂ ਦਾ ਇੱਕ ਮੁੰਡਾ ਸੀ, ਕੌਣ ਸੀਗਾ? ਰਾਹੁਲ। ਅੱਗੇ ਗੱਲ ਕਰਦੇ ਹਾਂ ਮੇਨ ਇਵੈਂਟ ਆਫ ਦਾ ਗੌਤਮ ਬੁੱਧਾ ਜੀ ਨੇ। ਕਿਹੜੇ ਮੇਨ ਇਵੈਂਟ ਸੀਗੇ? ਸਭ ਤੋਂ ਪਹਿਲਾਂ ਜਦ ਵਿਆਹ ਹੋਇਆ, ਤੇ ਵਿਆਹ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਥੋੜੀ ਦੇਰ ਬਾਅਦ ਆਪਣੀ 29 ਸਾਲ ਦੀ ਉਮਰ ਵਿੱਚ ਉਹਨਾਂ ਨੇ ਕੀ ਕੀਤਾ? ਘਰ ਨੂੰ ਤਿਆਗਤਾ, ਠੀਕ ਹੈ। ਕੀ ਬਣ ਗਏ? ਐਸਟਿਕ ਬਣ ਗਏ, ਬਿਕਮ ਐਨ ਐਸਟਿਕ ਦਾ ਮਤਲਬ ਹੈ ਸਾਧ। ਜਿਹੜੇ ਕਿਸ ਦੀ ਮਤਲਬ ਸਾਧ ਕਿਉਂ ਬਣੇ ਸੀ? ਉਹ ਸੱਚ ਅਤੇ ਜਿਹੜੇ ਦੁੱਖ ਹੈਗੇ ਦੁਨੀਆ ਦੇ, ਉਹਨਾਂ ਨੂੰ ਖਤਮ ਕਰਨ ਦੇ ਰਿਗਾਰਡਿੰਗ। ਤੇ ਇਹਨਾਂ ਦਾ ਇਸ ਇਵੈਂਟ ਨੂੰ ਬੁੱਧਜ਼ ਲਾਈਫ ਦੇ ਅੰਦਰ ਕਿਸ ਨਾਮ ਨਾਲ ਕਿਹਾ ਜਾਂਦਾ ਹੈ? ਮਹਾਭਿਸ਼ਕਰਮਨ, ਠੀਕ ਹੈ। ਮਤਲਬ ਸਾਰੀਆਂ ਆਪਣੀਆਂ ਰਾਜੇ ਦੇ ਬੇਟੇ ਹੋਣ ਦੇ, ਚਾਹੇ ਰਾਜੇ ਦੇ ਬੇਟੇ ਸੀ ਤਾਂ ਵੀ ਇਹਨਾਂ ਨੇ ਆਪਣੀ ਸਾਰੀਆਂ ਜਿਹੜੀਆਂ ਸੁੱਖ ਸੁਵਿਧਾਵਾਂ ਸੀਗੀਆਂ ਸਾਰਿਆਂ ਨੂੰ ਕੀ ਕਰਤਾ? ਤਿਆਗਤਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਇਹਨਾਂ ਦਾ ਅਟੈਂਡ ਨਿਰਵਾਣਾ ਮਤਲਬ ਕਿ ਐਨਲਾਈਟਮੈਂਟ ਮਤਲਬ ਕਿ ਜੇ ਆਪਾਂ ਗੱਲ ਕਰੀਏ ਐਨਲਾਈਟਮੈਂਟ ਮਤਲਬ ਕੀ ਹੈਗਾ? ਭਗਵਾਨ ਦੀ ਪ੍ਰਾਪਤੀ, ਜਾਂ ਆਪਾਂ ਗੱਲ ਕਰ ਸਕੇ ਗਿਆਨ। ਇਹਨਾਂ ਨੂੰ ਕਿਹੜੀ ਉਮਰ ਦੇ ਵਿੱਚ ਮਿਲਿਆ ਸੀਗਾ? 35 ਸਾਲ ਦੀ ਉਮਰ 'ਚ ਮਿਲਿਆ ਸੀਗਾ। ਜਿਹੜਾ ਇਹਨਾਂ ਨੂੰ 35 ਸਾਲ ਦੀ ਉਮਰ 'ਚ ਮਿਲਿਆ ਸੀ, ਜਦ ਮੈਡੀਟੇਸ਼ਨ ਕਰ ਰਹੇ ਸੀ ਕਿਹੜੀ ਬੈਂਕ ਦੇ, ਮਤਲਬ ਕਿਹੜੀ ਰਿਵਰ ਦੇ ਕਿਨਾਰੇ ਤੇ? ਨਿਰੰਜਨਾ ਰਿਵਰ ਦੇ ਕਿਨਾਰੇ ਤੇ, ਜਿਹੜੀ ਕੀ ਸੀਗੀ? ਕਿਹੜੇ ਪੇੜ ਦੇ ਨੀਚੇ ਬਹਿ ਕੇ ਗੱਲ ਕਰ ਰਹੇ ਸੀ? ਤੁਸੀਂ ਪਿਕਚਰ ਦੇ ਅੰਦਰ ਵੀ ਦੇਖ ਸਕਦੇ ਹੋਗੇ। ਕਿਹੜੀ ਪੇੜ ਦੇ ਨੀਚੇ ਬਹਿ ਕੇ ਕਰ ਰਹੇ ਸੀ? ਪੀਪਲ, ਜਿਹਨੂੰ ਬਨਿਆਨ ਆਪਾਂ ਟਰੀ ਵੀ ਕਹਿੰਦੇ ਹੈਗੇ ਆ। ਇਸ ਟਰੀ ਜਿਹੜਾ ਹੁਣ ਕਿਸ ਨਾਮ ਨਾਲ ਮਸ਼ਹੂਰ ਹੈਗਾ ਤੁਹਾਡਾ? ਬੋਧੀ ਟਰੀ ਦੇ ਨਾਮ ਨਾਲ ਮਸ਼ਹੂਰ ਹੈਗਾ। ਤੇ ਕਿਹੜੀ ਜਗ੍ਹਾ ਤੇ ਹੈਗਾ ਇਹ ਪਲੇਸ? ਹੁਣ ਕਿਸ ਨਾਮ ਨਾਲ ਕਹਾਂਦੀ ਹੈ? ਬੋਧ ਗਇਆ ਦੇ ਨਾਮ ਨਾਲ, ਜਿਹੜੀ ਕਿੱਥੇ ਹੈਗੀ ਤੁਹਾਡੀ? ਬਿਹਾਰ। ਆਪਾਂ ਅੱਗੇ ਗੱਲ ਕਰਦੇ ਹਾਂ ਡਿਲੀਵਰ ਹਿਸ ਫਸਟ ਸਰਮਨ ਮਤਲਬ ਕਿ ਉਪਦੇਸ਼। ਕਿਹੜੀ ਜਗ੍ਹਾ ਇਹਨਾਂ ਨੇ ਦਿੱਤਾ ਸੀਗਾ? ਸਾਰਨਾਥ ਕਿੱਥੇ ਹੈਗਾ ਤੁਹਾਡਾ? UP ਦੇ ਅੰਦਰ। ਜਿਸ ਨੂੰ ਕੀ ਕਿਹਾ ਜਾਂਦਾ ਹੈਗਾ? ਧਰਮ ਚੱਕਰ ਪਰਿਵਰਤਨ, ਠੀਕ ਹੈ। ਇਸ ਨਾਲ ਧਰਮ ਚੱਕਰ ਪਰਿਵਰਤਨ ਹੋਇਆ ਸੀ, ਮਤਲਬ ਕਿ
ਵੀਲ ਆਫ ਰੂਲਸ ਔਰ ਲਾਅ ਕੀ ਹੋਏ ਸੀਗੇ ਚੇਂਜ ਹੋਏ ਸੀ, ਜਿਸ ਨਾਲ ਕੀ ਹੋਇਆ ਬੁੱਧੀਜ਼ਮ ਦਾ ਕੀ ਹੋਇਆ ਐਕਸਪੈਂਡ ਹੋਣਾ ਸ਼ੁਰੂ ਹੋ ਗਿਆ। ਠੀਕ ਹੈ, ਹੀ ਅਟੇਨਡ ਦਾ ਮਹਾਪਰਿਨਿਰਵਾਣਾ। ਪਰਿਨਿਰਵਾਣਾ ਦਾ ਮਤਲਬ ਹੁੰਦਾ ਮੋਕਸ਼। ਤੇ ਜੇ ਆਪਾਂ ਗੱਲ ਕਰੀਏ ਮੋਕਸ਼ ਇਹਨਾਂ ਨੂੰ ਕਿੱਥੇ ਮਿਲਿਆ, ਖੁਸ਼ੀਨਗਰ ਕਿੱਥੇ ਹੈਗਾ ਤੁਹਾਡਾ ਯੂਪੀ ਦੇ ਅੰਦਰ, ਜਿਹੜਾ ਕਦੋਂ ਮਿਲਿਆ ਸੀਗਾ 483 BC ਦੇ ਅੰਦਰ, ਜਦੋਂ ਇਹਨਾਂ ਦੀ ਉਮਰ ਕਿੰਨੀ ਸੀ 80 ਸਾਲ ਦੀ। ਮਤਲਬ ਕਿ ਇਹ ਐਕਸਪਾਇਰ ਹੋਈ ਸੀ ਖੁਸ਼ੀਨਗਰ ਦੇ ਅੰਦਰ ਯੂਪੀ ਦੇ ਅੰਦਰ। ਇਹਨਾਂ ਨੂੰ ਕੀ ਮਿਲਿਆ ਸੀਗਾ, ਮੋਕਸ਼ ਮਿਲਿਆ ਸੀਗਾ, ਮਹਾਪਰਿਨਿਰਵਾਣਾ। ਠੀਕ ਹੈ, ਅੱਗੇ ਚੱਲਦੇ ਹਾਂ ਆਪਾਂ, ਅੱਗੇ ਗੱਲ ਕਰਦੇ ਹਾਂ। ਬੁੱਧੀਜ਼ਮ ਦੋ ਤਰ੍ਹਾਂ ਦੇ ਸੀਗੇ। ਠੀਕ ਹੈ, ਇੱਕ ਸੀਗੇ ਹਿਨਾਇਨ, ਠੀਕ ਹੈ, ਤੇ ਦੂਜੇ ਸੀਗੇ ਤੁਹਾਡੇ ਮਹਾਯਾਨਾ, ਹਿਨਾਇਨਾ ਤੇ ਮਹਾਯਾਨਾ। ਠੀਕ ਹੈ, ਦੋ ਤਰ੍ਹਾਂ ਦੇ ਕੀ ਸੀਗੇ ਬੁੱਧੀਜ਼ਮ ਸੀਗੇ। ਤੇ ਇਟ ਫੋਲੋਜ਼ ਬਿਲੀਵਡ ਇਨ, ਜਿਹੜੇ ਹਿਨਾਇਨ ਸੀਗੇ ਉਹ ਕੀ ਕਰਦੇ ਸੀਗੇ, ਓਰੀਜਨਲ ਟੀਚਿੰਗ, ਜਿਹੜੇ ਬੁੱਧੀਜ਼ਮ ਦੀਆਂ ਓਰੀਜਨਲ ਟੀਚਿੰਗ ਸੀਗੇ ਉਹਨਾਂ ਨੂੰ ਫੋਲੋ ਕਰਦੇ ਸੀਗੇ। ਠੀਕ ਹੈ, ਹੀ ਸੌਟ ਦਾ ਇੰਡੀਵਿਜੂਅਲ ਸੈਲਵੇਸ਼ਨ ਥਰੂ ਦਾ ਸੈਲਫ ਡਿਸਪਲਿਨ ਐਂਡ ਦਾ ਮੈਡੀਟੇਸ਼ਨ। ਇਹ ਕੀ ਕਰਦੇ ਸੀ, ਆਪਣੇ ਆਪ ਨੂੰ ਰੂਲਸ ਐਂਡ ਰੈਗੂਲੇਸ਼ਨ ਦੇ ਰਿਗਾਰਡਿੰਗ ਉਸੇ ਤਰੀਕੇ ਚਲਾਉਂਦੇ ਸੀਗੇ ਜਿਸ ਹਿਸਾਬ ਨਾਲ ਬੁੱਧੀਜ਼ਮ ਜਿਹਨੇ ਬੁੱਧੀਜ਼ਮ ਦੇ ਰਿਗਾਰਡਿੰਗ ਐਗਜ਼ੀਕਿਊਟ ਕੀਤਾ ਸੀਗਾ। ਤੇ ਆਪਣੀ ਕੀ ਕਰਦੇ ਸੀ, ਮੈਡੀਟੇਸ਼ਨ ਕਰਦੇ ਸੀ। ਮੈਡੀਟੇਸ਼ਨ ਮਤਲਬ ਕਿ ਜਿਵੇਂ ਆਪਾਂ ਨਿਰੰਕਾਰ ਨਾਲ ਮਤਲਬ ਕਿ ਸਿਮਰਨ ਕਰਦੇ ਸੀ ਆਪਣਾ। ਠੀਕ ਹੈ, ਜੇ ਆਪਾਂ ਗੱਲ ਕਰੀਏ ਅੱਗੇ ਗੱਲ ਕਰਦੇ, ਦੇ ਡਿਡ ਨਾਟ ਬਲੀਵ ਇਨ ਦਾ ਆਈਡਲ ਵਰਸ਼ਿਪ, ਮਤਲਬ ਕਿ ਮੂਰਤੀ ਪੂਜਨ ਤੇ ਕੀ ਕਰਦੇ ਸੀ, ਇਹ ਬਲੀਵ ਨਹੀਂ ਕਰਦੇ ਸੀਗੇ। ਇਹ ਅਸਲ ਵਿੱਚ ਐਕਚੁਅਲ ਟੀਚਿੰਗ ਜਿਹੜੀ ਦਿੱਤੀਆਂ ਸੀ ਉਹਨਾਂ ਦੇ ਗੱਲ ਕਰਦੇ ਸੀਗੇ। ਠੀਕ ਹੈ, ਅੱਗੇ ਗੱਲ ਕਰਦੇ ਹੈਗੇ ਆ। ਨਿਰਵਾਣਾ ਇਜ਼ ਰਿਗਾਰਡਡ ਐਜ਼ ਅ, ਮਤਲਬ ਕਿ ਕਹਿਣਾ ਕੀ ਚਾਹੁੰਦੇ ਕਿ ਨਿਰਵਾਣਾ ਇਹਨਾਂ ਦੀ ਸਭ ਚੀਜ਼ਾਂ ਤੋਂ ਪਰੇ, ਮਤਲਬ ਕਿ ਪਰਮ ਪ੍ਰਾਪਤੀ ਕਿਸ ਚੀਜ਼ ਦੀ ਸੀ ਇਹਨਾਂ ਦੀ, ਨਿਰਵਾਣਾ ਦੀ। ਨਿਰਵਾਣਾ ਮਤਲਬ ਕੀ ਸੀਗੀ, ਐਨਲਾਈਟਮੈਂਟ, ਨਿਰੰਕਾਰ ਦੀ ਪ੍ਰਾਪਤੀ। ਤੇ ਜਿਹੜਾ ਇਹਦੇ ਵਿੱਚ ਸਭ ਤੋਂ 올ਡੈਸਟ ਸਕੂਲ ਹੈਗਾ ਹਿਨਾਇਨ ਬੁੱਧੀਜ਼ਮ ਦੇ ਰਿਗਾਰਡਿੰਗ, ਉਹ ਕਿਹੜਾ ਹੈਗਾ, ਸਥਾਵੀਰ ਦਾ, ਜਿਹਨੂੰ ਆਪਾਂ ਥਿਰਵਾੜਾ ਕਹਿੰਦੇ ਹੈਗੇ ਆ, ਕਿਸ ਦੇ ਅੰਦਰ, ਪਾਲੀ ਲੈਂਗੁਏਜ ਦੇ ਅੰਦਰ। ਅਸਲ ਵਿੱਚ ਜਿਹੜੇ ਬੁੱਧੀਜ਼ਮ ਦੇ ਸਾਰੇ ਜਿਹੜੇ ਆਪਾਂ ਲਿਟਰੇਚਰਸ ਹੈ ਉਹ ਕਿਸ ਦੇ ਅੰਦਰ ਬਣਾਏ ਸੀਗੇ, ਤੁਹਾਡੇ ਪਾਲੀ ਲੈਂਗੁਏਜ ਦੇ ਅੰਦਰ। ਠੀਕ ਹੈ, ਤੇ ਇਸ ਨੂੰ ਇੰਗਲਿਸ਼ ਦੇ ਅੰਦਰ ਡਾਕਟ੍ਰਿਨ ਆਫ ਐਲਡਰਸ ਵੀ ਕਿਹਾ ਜਾਂਦਾ ਹੈਗਾ। ਜਿਹੜੇ ਸੰਸਕ੍ਰਿਤ ਕਾਊਂਟਰਪਾਰਟ ਸੀਗੇ, ਕੁਝ ਇਹਨਾਂ ਦੀ ਸੰਸਕ੍ਰਿਤ ਦੇ ਰਿਗਾਰਡਿੰਗ ਵੀ ਮਤਲਬ ਕਿ ਮਿਲਦੇ ਹੈਗੇ ਆ, ਮਗਰ ਮੈਕਸਿਮਮ ਜਿਹੜੀ ਹੈਗੀ ਬੁੱਧੀਜ਼ਮ ਦੀ ਜਿਹੜੀ ਲਿਟਰੇਚਰਸ ਮਿਲਦੇ ਹੈਗੇ ਆ ਜਾਂ ਲਿਖੇ ਗਏ ਹੈਗੇ, ਉਹ ਕਿਹੜੀ ਲੈਂਗੁਏਜ ਲਿਖੇ ਗਏ, ਪਾਲੀ ਲੈਂਗੁਏਜ ਦੇ ਅੰਦਰ। ਸੰਸਕ੍ਰਿਤ ਤੋਂ ਹੀ ਥੋੜੀ ਬਹੁਤੀ ਬਣੀ ਹੋਈ ਹੈ ਪਾਲੀ ਲੈਂਗੁਏਜ। ਠੀਕ ਹੈ, ਵਿਚ ਇਜ਼ ਮੋਰ ਆਪਾਂ ਗੱਲ ਕਰਦੇ ਸੰਸਕ੍ਰਿਤ ਕਾਊਂਟਰਪਾਰਟ ਸੀਗੇ ਜਿਹੜੇ ਵਿਚ ਇਜ਼ ਮੋਰ ਫਿਲੋਸਫਿਕਲ ਇਜ਼ ਨੋਨ ਐਜ਼ ਦਾ ਸਰਵਾਸਤੀਵਾੜਾ। ਠੀਕ ਹੈ, ਸਰਸਵਾਸਤੀਵਾੜਾ ਕਿਸੇ ਕਾਊਂਟਰਪਾਰਟ ਸੀਗਾ, ਇੰਨਾ ਇੰਪੋਰਟੈਂਟ ਨਹੀਂ ਹੈਗਾ, ਮਗਰ ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਅੱਗੇ ਗੱਲ ਕਰਦੇ ਹਾਂ ਗ੍ਰੈਜੂਅਲੀ ਫਰੋਮ ਦਾ ਸਰਸਵਾਸਤੀਵਾੜਾ ਐਂਡ ਵਿਭਾਸ਼ਿਕਾ ਬ੍ਰਾਂਚ ਆਫ ਦਾ ਅਨਦਰ ਸਕੂਲ ਆਫ ਦਾ ਸੁਤੰਤਰਿਕਾ ਵਿੱਚ ਵਾ ਦਾ ਕ੍ਰਿਟੀਕਲ ਇਨ ਦਾ ਆਊਟਲੁੱਕ। ਠੀਕ ਹੈ, ਇਹਨਾਂ ਨੇ ਕੀ ਕੀਤਾ, ਐਕਸਪੈਂਡ ਕਰਨ ਲੱਗੇ ਇਹਨਾਂ ਦੀ ਬ੍ਰਾਂਚਾਂ। ਠੀਕ ਹੈ, ਅਲੱਗ-ਅਲੱਗ ਤਰ੍ਹਾਂ ਨਾਲ। ਅੱਗੇ ਗੱਲ ਕਰਦੇ ਹਾਂ ਫਿਰ ਨੈਕਸਟ ਜਿਹੜੇ ਬੁੱਧੀਜ਼ਮ ਦੇ ਟਾਈਪ ਸੀਗੇ ਉਹ ਮਹਾਯਾਨਾ ਸੀਗੇ। ਇਟ ਫੋਲੋਜ਼ ਦਾ ਸਾਊਟ ਆਫ ਦਾ ਸੈਲੀਵੇਸ਼ਨ ਥਰੂ ਦਾ ਗ੍ਰੇਸ। ਸੈਲੀਵੇਸ਼ਨ ਦਾ ਮਤਲਬ ਸੀ ਮੁਕਤੀ, ਜਿਹੜੀ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਸੀ ਕਿਸ ਦੇ ਥਰੂ, ਕਿ ਜਿਹੜੇ ਬੁੱਧੀਜ਼ਮ ਨੇ ਜੋ ਚੀਜ਼ਾਂ ਕੀਤੀਆਂ ਉਹਨਾਂ ਦੀ ਹੈਲਪ ਨਾਲ ਤੇ ਬੋਧੀ ਅਵਸਥਾ ਨਾਲ। ਠੀਕ ਹੈ, ਜਿਸ ਨਾਲ ਮੌਂਕ ਮੰਨਣਾ ਚਾਹੁੰਦੇ ਸੀਗੇ। ਜਿਹੜੇ ਇੱਕ ਗੱਲ ਹੋਰ ਯਾਦ ਰੱਖਣਾ, ਜਿਹੜੇ ਆਪਾਂ ਇੱਥੇ ਪਹਿਲਾਂ ਕਿਤੇ ਹਿਨਾਇਆ ਕੀ ਕਰਦੇ ਸੀ, ਮੌਂਕ ਜਿਹੜੇ ਮਤਲਬ ਕਿ ਜਿਹੜੇ ਬੁੱਧੀਜ਼ਮ ਦੇ ਅੱਗੇ ਜਿਹੜੇ ਕੀ ਸੀਗੇ ਗੁਰੂ ਸੀਗੇ ਜਾਂ ਆਪਾਂ ਜਿਵੇਂ ਕਹਿ ਸਕਦੇ ਹਾਂ ਪੈਰੋਕਾਰ ਸੀਗੇ, ਉਹਨਾਂ ਦੀ ਗੱਲਾਂ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਸੀਗੇ। ਤੇ ਜਿਹੜੇ ਮਹਾਯਾਨਾ ਸੀਗੇ ਇਹ ਬਹੁਤ ਜ਼ਿਆਦਾ ਉਹਨਾਂ ਦੀ ਗੱਲਾਂ ਨਾਲ ਕੀ ਕਰਦੇ ਸੀਗੇ, ਲਿੰਕ ਕਰਦੇ ਸੀਗੇ। ਤੇ ਜਿਹੜੇ ਇਹ ਵੈਸੇ ਦੋ ਬੁੱਧੀਜ਼ਮ ਦੀ ਟਾਈਪਸ ਬਣੀਆਂ ਕਦੋਂ, ਜਦ ਆਪਾਂ 4th ਕਾਉਂਸਲ ਜਿਹੜੇ ਬੁੱਧੀਜ਼ਮ ਦੇ ਰਿਗਾਰਡਿੰਗ ਅੱਗੇ ਪੜਾਂਗੇ, ਉਹਦੇ ਵਿੱਚ 4th ਕਾਉਂਸਲ ਦੇ ਅੰਦਰ ਇਹਨਾਂ ਦੀ ਕੀ ਹੋਈ ਆ, ਦੋ ਪਾਰਟ ਦੇ ਅੰਦਰ ਡਿਵਾਈਡ ਹੋਏ। ਠੀਕ ਹੈ, ਤੇ ਇਹ ਕੀ ਕਰਦੇ ਸੀ, ਆਈਡਲ ਵਰਸ਼ਿਪ, ਮਤਲਬ ਕਿ ਮੂਰਤੀ ਪੂਜਨ ਤੇ ਕੀ ਕਰਦੇ ਸੀ, ਵਿਸ਼ਵਾਸ ਕਰਦੇ ਸੀਗੇ। ਠੀਕ ਹੈ, ਤੇ ਮੂਰਤੀਆਂ ਤੁਹਾਨੂੰ ਪਤਾ ਅਜੰਤਾ ਲੋਰਾ ਦੀ ਕੇਵਸ ਦੇ ਅੰਦਰ ਮਿਲੀਆਂ ਹੈਗੀਆਂ। ਠੀਕ ਹੈ, ਇਹਨਾਂ ਦੀਆਂ। ਤੇ ਬਿਲੀਵਸ ਇਨ ਦਾ ਨਿਰਵਾਣਾ ਫੇਰ ਗੱਲ ਆ ਗਈ ਹੈ ਕਿ ਨਿਰਵਾਣਾ ਮਤਲਬ ਕਿ ਐਨਲਾਈਟਮੈਂਟ। ਉਹ ਕਹਿੰਦੇ ਕਿ ਮੇਨ ਪੋਜ਼ਿਟਿਵ ਕੀ ਸੀਗਾ, ਕਿਉਂਕਿ ਬਲਿਸ ਸਟੇਟ ਤੋਂ ਪੋਜ਼ਿਟਿਵ ਤੋਂ ਆਪਾਂ ਕੀ ਕਰਨਾ ਹੈਗਾ, ਨਿਰਵਾਣਾ ਬਿਲੀਵ ਕਰਦੇ ਸੀਗੇ, ਮਗਰ ਉਹ ਪ੍ਰੋਪਰ ਇੰਨਾ ਧਿਆਨ ਨਹੀਂ ਦਿੰਦੇ ਸੀ ਨਿਰਵਾਣਾ ਕਰਨੀ। ਕਹਿੰਦੇ ਜੇ ਨਿਰਵਾਣਾ ਕਰਨੀ ਪਹੁੰਚਣਾ, ਸਭ ਤੋਂ ਪਹਿਲਾਂ ਕੀ ਕਰੋ, ਪੋਜ਼ਿਟਿਵ ਸਟੇਟਸ ਕਰਨੀ ਪਹੁੰਚੋ, ਕਿ ਆਪਣੇ ਆਪ ਨੂੰ ਰਹਿਣਾ ਸਹਿਣਾ ਸਭ ਕੁਝ ਪੋਜ਼ਿਟਿਵ, ਮਤਲਬ ਕਿ ਜਿਵੇਂ ਬੁੱਧੀਜ਼ਮ ਦੇ ਰਿਗਾਰਡਿੰਗ ਆਪਾਂ ਰਹਿਣਾ ਹੈ ਕਿ ਮਤਲਬ ਕਿ ਇੱਕ ਸਾਧ ਬਣ ਕੇ ਮੌਂਕ ਬਣ ਕੇ ਉਸ ਹਿਸਾਬ ਨਾਲ ਇਹ ਕਹਿੰਦੇ ਸੀਗੇ ਰਹੋ। ਤੇ ਬਾਅਦ ਕੀ ਕਰੋ, ਨਿਰਵਾਣਾ ਕਰੋ। ਨਿਰਵਾਣਾ ਮਤਲਬ ਕਿ ਐਨਲਾਈਟਮੈਂਟ ਕਰੋ। ਠੀਕ ਹੈ, ਇਹ ਕੀ ਕਰਦੇ ਸੀ, ਪਹਿਲਾਂ ਨਿਰਵਾਣਾ ਨੂੰ ਪ੍ਰੋਤਸਾਹਨ ਨਹੀਂ ਦਿੰਦੇ ਸੀ। ਮਹਾਯਾਨਾ ਜਿਹੜੇ ਹੈਗੇ, ਜਿਹੜੇ ਹਿਮਾਇਨਾ ਸੀਗੇ ਉਹ ਕੀ ਕਰਦੇ ਸੀ, ਪਹਿਲਾਂ ਨਿਰਵਾਣਾ ਨੂੰ ਕਰਦੇ ਸੀ, ਕਹਿੰਦੇ ਸਭ ਤੋਂ ਮੇਨ ਚੀਜ਼ ਕੀ ਹੈ, ਨਿਰਵਾਣਾ, ਬਾਕੀ ਚੀਜ਼ਾਂ ਬਾਅਦ। ਠੀਕ ਹੈ, ਜਦਕਿ ਇਹ ਕੀ ਕਰਦੇ ਸੀ, ਨਿਰਵਾਣਾ ਨੂੰ ਸਭ ਤੋਂ ਹੈਡ 'ਚ ਰੱਖਦੇ ਸੀ।
ਠੀਕ ਹੈ। ਇਹਦੇ ਦੋ ਚੀਫ ਫਿਲੋਸਫਰ ਸਕੂਲਸ ਬਣਾਏ ਸੀਗੇ ਚੀਫ, ਠੀਕ ਹੈ, ਕਿ ਮਧਿਆਮਿਕਾ ਐਂਡ ਯੋਗਾਚਾਮਾਰਾ। ਇਹ ਮਧਿਆਮਿਕਾ ਸੀਗਾ ਉਹ ਕੀ ਕਰਦੇ ਸੀਗੇ, ਇੱਕ ਤਰ੍ਹਾਂ ਦਾ ਹਿਨਾਇਮਿਜ਼ਮ ਤੇ ਯੋਗਾਚਾਰਿਜ਼ਮ ਦੇ ਆਈਡੀਅਲਿਜ਼ਮ ਦੇ ਰਿਗਾਰਡਿੰਗ ਕੀ ਕਰਦੇ ਸੀ, ਮਿਡਵੇ ਸੀਗੇ, ਦੋਨਾਂ ਨੂੰ ਮਿਲਾ ਕੇ ਰੱਖਦੇ ਸੀਗੇ। ਤੇ ਯੋਗਾਚਾਰਾ ਜਿਹੜੇ ਸਕੂਲ ਸੀਗੇ ਉਹ ਕੀ ਕਰਦੇ ਸੀ, ਬਿਲਕੁਲ ਰਿਜੈਕਟ ਕਰਦੇ ਸੀ, ਕਹਿੰਦੇ ਹਿਨਾਇਨ ਜੋ ਕਹਿੰਦੇ ਹੈ, ਅਸਲ 'ਚ ਹਿਨਾਇਨ ਕਹਿੰਦੇ ਸੀਗੇ ਕਿ ਅਸੀਂ ਕੀ ਕਰਨੇ ਹੈਗੇ, ਸਾਧ ਬਣ ਕੇ ਨਹੀਂ ਰਹਿਣਾ, ਇਹ ਚੀਜ਼ਾਂ ਬਣ ਕੇ ਨਹੀਂ ਰਹਿਣਾ। ਤੇ ਜਦ ਕਿ ਮਹਾਯਾਨ ਕਹਿੰਦੇ ਸੀਗੇ ਕਿ ਅਸੀਂ ਕੀ ਕਰਾਂਗੇ, ਸਾਧ ਬਣ ਕੇ ਰਹਾਂਗੇ, ਮੌਂਕ ਬਣ ਕੇ ਰਹਾਂਗੇ, ਜਿਸ ਨਾਲ ਅਸੀਂ ਕੀ ਕਰਾਂਗੇ, ਪਰਮਾਤਮਾ ਦੀ ਪ੍ਰਾਪਤੀ ਕਰਾਂਗੇ। ਜਦ ਕਿ ਉਹ ਕਹਿੰਦੇ ਸੀਗੇ ਮੇਨ ਪਰਮਾਤਮਾ ਦੀ ਪ੍ਰਾਪਤੀ ਆਪਾਂ ਮਤਲਬ ਕਿ ਲਾਈਫ ਵਿੱਚ ਵੀ ਰਹਿ ਕੇ ਕਰ ਸਕਦੇ ਹੈਗੇ, ਜਿਵੇਂ ਸਮਾਜ ਵਿੱਚ ਰਹਿ ਕੇ ਕਰ ਸਕਦੇ ਹਾਂ। ਅੱਗੇ ਗੱਲ ਕਰਦੇ ਹੈਗੇ ਬੁੱਧਿਸਟ ਕੌਂਸਲ ਦੀ ਗੱਲ ਕਰਦੇ ਹਾਂ ਹੁਣ ਅੱਗੇ। ਜਿਹੜੀ ਫਸਟ ਕੌਂਸਲ ਹੋਈ ਸੀਗੀ, ਟੋਟਲ 4 ਕੌਂਸਲਸ ਹੋਈ ਸੀਗੀਆਂ, ਠੀਕ ਹੈ। ਜਿਹੜੀ ਫਸਟ ਕੌਂਸਲ ਹੋਈ ਸੀ ਉਹ ਕਦੋਂ ਹੋਈ ਸੀ, 483 BC। 483 BC ਕਿਸ ਟਾਈਮ ਸੀਗਾ, ਜਦੋਂ ਆਪਣੇ ਮਹਾਤਮਾ ਬੁੱਧ ਜੀ ਦਾ ਕੀ ਹੋਇਆ ਸੀਗਾ, ਡੈਥ ਹੋਈ ਸੀਗੀ, ਠੀਕ ਹੈ। ਆਪਾਂ ਹੁਣੀ ਗੱਲ ਕਰਦੇ ਹਾਂ। ਮਹਾਤਮਾ ਬੁੱਧ ਜੀ ਦੀ ਡੈਥ ਕਿੱਥੇ ਹੋਈ ਸੀ, ਖੁਸ਼ੀਨਗਰ। ਖੁਸ਼ੀਨਗਰ ਜਗ੍ਹਾ ਕਿੱਥੇ ਸੀਗੀ ਤੁਹਾਡੀ, ਯੂਪੀ, ਜਿਸ ਬਾਰੇ ਆਪਾਂ ਕੈਨੋਨੀਕਲ ਆਰਡਰ ਦੇ ਅੰਦਰ ਅੱਗੇ ਇੱਕ ਗੱਲ ਕਰਾਂਗੇ ਇਸ ਬਾਰੇ ਵੀ, ਠੀਕ ਹੈ। ਆਪਾਂ ਪਹਿਲਾਂ 4 ਇਹਨਾਂ ਦੇ ਕੌਂਸਲ ਬਾਰੇ ਗੱਲ ਕਰ ਲਈਏ ਫਟਾਫਟ, ਠੀਕ ਹੈ। ਫਸਟ ਕੌਂਸਲ ਜਿਹੜੀ ਹੋਈ ਸੀ 483 BC ਵਿੱਚ ਹੋਈ ਸੀ, ਜਿਹੜੀ ਹੋਈ ਸੀ ਸਤਪਨੀ ਕੇਵ ਨੀਅਰ ਦਾ ਰਾਜਗਿਰੀ ਟੂ ਕੰਪਾਈਲ ਦਾ ਸੂਤਾ ਪਿਟਾਕਾ ਐਂਡ ਵਿਨੇ ਪਿਟਾਕਾ। ਸੂਤਾ ਪਿਟਾਕਾ ਤੇ ਵਿਨੇ ਪਿਟਾਕਾ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ ਲਿਟਰੇਚਰ ਦੇ ਅੰਦਰ। ਅਸਲ 'ਚ 3 ਪਿਟਾਕਾ ਸੀਗੇ, ਤਿੰਨੋਂ ਪਿਟਾਕਾ ਬਾਰੇ ਗੱਲ ਕਰਾਂਗੇ। ਅਸਲ ਵਿੱਚ ਇਹ ਕੰਪਾਈਲਡ ਕੀਤੇ ਗਏ। ਸੂਤਾ ਪਿਟਾਕਾ ਅਸਲ ਵਿੱਚ ਆਪਾਂ ਗੱਲ ਕਰੀਏ ਕਿ ਜਿਵੇਂ ਬੁੱਧਿਸਟ ਜੀ ਨੇ, ਮਹਾਤਮਾ ਬੁੱਧ ਜੀ ਨੇ ਜਿਹੜੇ ਕੀ ਦਿੱਤੇ ਸੀਗੇ ਪ੍ਰਚਾਰ, ਮਤਲਬ ਕਿ ਜਿਵੇਂ ਉਪਦੇਸ਼ ਦਿੱਤੇ ਸੀ, ਉਹ ਸਾਰੇ ਓਰੀਜਨਲੀ ਇਹਦੇ ਵਿੱਚ ਹੈਗੇ ਸੀਗੇ। ਵਿਨਾਕਾ ਕੀ ਸੀ, ਜਿਹਦੇ ਵਿੱਚ ਰੂਲ ਸੀ, ਠੀਕ ਹੈ। ਅੱਗੇ ਗੱਲ ਕਰਾਂਗੇ ਇਸ ਬਾਰੇ ਆਪਾਂ। ਫਸਟ ਕੌਂਸਲ ਕਦੋਂ ਹੋਈ ਸੀ, 483 BC, ਜਦੋਂ ਕੀ ਹੋਈ ਸੀ ਮਹਾਤਮਾ ਬੁੱਧ ਜੀ ਦੀ ਡੈਥ ਹੋਈ ਸੀਗੀ, ਠੀਕ ਹੈ। ਤੇ ਇਸ ਨੂੰ ਪ੍ਰੀਸਾਈਡ ਕਿਸਨੇ ਕੀਤਾ ਸੀਗਾ, ਰਾਜਾ ਸੀਗੇ ਅਜਾਤ ਸ਼ਤਰੂ, ਉਹਨਾਂ ਨੇ ਪ੍ਰੀਸਾਈਡ ਕੀਤਾ ਸੀਗਾ। ਰਾਜਗੀਰਾ ਕੀ ਸੀ, ਕੈਪੀਟਲ ਸੀ ਕਿਸ ਦੀ, ਤੁਹਾਡੀ ਮਗਧ ਦੀ ਉਸ ਟਾਈਮ। ਦ ਸੈਕਿੰਡ ਕੌਂਸਲ ਹੋਈ ਸੀਗੀ ਹੈਲਡ ਵਿਸ਼ਾਲੀ ਇਨ 383 BC। ਤਕਰੀਬਨ 100 ਸਾਲ ਬੀਤਣ ਤੋਂ ਬਾਅਦ ਸੈਕਿੰਡ ਕੌਂਸਲ ਹੋਈ ਸੀਗੀ। ਦ ਮੌਂਕਸ ਵਿਸ਼ਾਲੀ ਵਾਂਟਡ ਸਮ ਚੇਂਜਸ, ਕੁਝ ਚੇਂਜਸ ਕਰਨਾ ਚਾਹੁੰਦੇ ਸੀ ਟਾਈਮ ਦੇ ਹਿਸਾਬ ਨਾਲ। ਉਹਨਾਂ ਨੇ ਕੀ ਕੀਤੇ, ਫਿਰ ਕੁਝ ਚੇਂਜਸ ਕੀਤੇ। ਸਥਰੀ ਵਰਧਿਨਸ ਐਂਡ ਮਹਾ ਸੰਘਿਕਸ, ਠੀਕ ਹੈ। ਜਿਹੜੀ ਇਸ ਨੂੰ ਜਿਹੜਾ ਪ੍ਰੀਸਾਈਡ ਕੀਤਾ ਸੀ, ਇਸ ਨੂੰ ਆਰਗੇਨਾਈਜ਼ ਕਰਵਾਇਆ ਸੀ, ਕਿਸਨੇ ਕਰਵਾਇਆ ਸੀਗਾ, ਕਾਲ ਅਸ਼ੋਕ ਨੇ। ਖਾਲ ਅਸ਼ੋਕ, ਠੀਕ ਹੈ। ਕਾਲ ਅਸ਼ੋਕ ਸੀਗੇ, ਅਸ਼ੋਕ ਬਾਅਦ ਆਣਗੇ। ਅਸਲ 'ਚ ਜਿਹੜੇ ਖਾਲ ਅਸ਼ੋਕ ਸੀਗੇ ਉਹਨਾਂ ਨੇ ਇਹਨਾਂ ਨੂੰ ਕੀ ਕੀਤਾ ਸੀ, ਆਰਗੇਨਾਈਜ਼ ਕਰਵਾਇਆ ਸੀਗਾ। ਥਰਡ ਕੌਂਸਲ ਬਾਰੇ ਗੱਲ ਕਰਦੇ ਹਾਂ। ਥਰਡ ਕੌਂਸਲ ਜਿਹੜੀ ਹੋਈ ਸੀਗੀ ਇਹ ਹੈਲਡ ਹੋਈ ਸੀ ਪਾਟਲੀਪੁੱਤਰ। ਪਾਟਲੀਪੁੱਤਰ ਕਿੱਥੇ ਹੈਗਾ, ਜਿਸ ਨੂੰ ਹੁਣ ਆਪਾਂ ਪਟਨਾ ਕਹਿੰਦੇ ਹੈਗੇ, ਜਿਹੜਾ ਕਿੱਥੇ ਹੈਗਾ ਤੁਹਾਡਾ, ਬਿਹਾਰ। ਇਹ ਕਿਸ ਦੇ ਟਾਈਮ 'ਚ ਹੋਈ ਸੀਗੀ, ਤੁਹਾਡੀ ਅਸ਼ੋਕਾ ਦੇ ਟਾਈਮ 'ਚ ਹੋਈ ਸੀ, ਜਿਹੜੀ 236 ਸਾਲ ਬਾਅਦ ਹੋਈ ਸੀ, ਜਦ ਮਹਾਤਮਾ ਬੁੱਧ ਜੀ ਕੀ ਹੋ ਗਏ ਸੀ, ਐਕਸਪਾਇਰ ਹੋ ਗਏ ਸੀ। ਇਟ ਵਾਸ ਹੈਲਡ ਅੰਡਰ ਦਾ ਪ੍ਰੈਜ਼ੀਡੈਂਟਸ਼ਿਪ ਆਫ ਦਾ ਮੰਗੋਲੀਪੁੱਟਾ ਤੀਸਾ। ਇਹ ਕੌਣ ਸੀਗੇ, ਮੌਂਕ ਸੀਗੇ। ਮੌਂਕ ਮਤਲਬ ਕਿ ਜਿਹੜੇ ਕੀ ਸੀਗੇ, ਸਾਧ ਸੀ ਕਿਸ ਦੇ, ਤੁਹਾਡੇ ਬੁੱਧਿਜ਼ਮ ਦੇ, ਠੀਕ ਹੈ। ਉਹਨਾਂ ਨੇ ਕੀ ਕੀਤਾ ਸੀਗਾ, ਇਸ 'ਚ ਵੀ ਰਿਵਾਈਜ਼ ਕੀਤੇ ਸੀਗੇ ਸਕ੍ਰਿਪਚਰ, ਠੀਕ ਹੈ। ਫੋਰਥ ਜਿਹੜੀ ਸਭ ਤੋਂ ਮੇਨ ਸੀਗੀ, ਠੀਕ ਹੈ, ਜਿਸ ਦੇ ਅੰਦਰ ਕੀ ਹੋਇਆ ਸੀਗਾ, 2 ਬੁੱਧਿਸਟ ਦੇ ਪਾਰਟ ਆਪਸ ਮਤਲਬ 2 ਤਰ੍ਹਾਂ ਦੇ ਟਾਈਪ ਬਣੀਆਂ ਸੀਗੀਆਂ ਬੁੱਧਿਜ਼ਮ ਦੀਆਂ, ਉਹ ਇਹਦੇ 'ਚ ਹੋਈਆਂ ਸੀਗੀਆਂ, ਠੀਕ ਹੈ। ਜਿਸ ਨੂੰ ਕਿਸ ਦੇ ਟਾਈਮ 'ਚ ਹੋਇਆ ਸੀ, ਕਨਿਸ਼ਕਾ ਨੇ ਕਰਵਾਇਆ ਸੀਗਾ, ਠੀਕ ਹੈ। ਕਸ਼ਮੀਰ ਦੇ ਅੰਦਰ ਕਰਵਾਇਆ ਸੀਗਾ, ਜਿਹੜਾ ਹੁਣ ਜੰਮੂ ਐਂਡ ਕਸ਼ਮੀਰ ਹੈਗਾ, ਠੀਕ ਹੈ। ਤੇ ਇਸ ਨੂੰ ਪ੍ਰੀਸਾਈਡ ਕਿਸਨੇ ਕੀਤਾ ਸੀ, ਵਸੂਮਿਤਰਾ, ਠੀਕ ਹੈ, ਜਿਹੜੇ ਕੀ ਸੀਗੇ ਇੱਕ ਮੌਂਕ ਸੀਗੇ, ਉਹਨਾਂ ਦੇ ਟਾਈਮ 'ਚ ਹੋਇਆ ਸੀਗਾ। ਤੇ ਜਿਹਦੇ ਵਿੱਚ 2 ਮੇਨ ਕੀ ਬਣੇ ਸੀਗੇ, ਬੁੱਧਿਸਟ ਦੀ ਟਾਈਪ ਆਈਆਂ ਸੀਗੀਆਂ, ਠੀਕ ਹੈ। ਤੇ ਇਹ ਜਿਹੜਾ ਸਭ ਤੋਂ ਮੇਨ ਹੈਗਾ ਬੁੱਧਿਸਟ ਦੀ 2 ਟਾਈਪ ਕਿਹੜੀ ਕੌਂਸਲ ਦੇ ਅੰਦਰ ਆਈ ਸੀਗੀ, 4th ਕੌਂਸਲ ਦੇ ਅੰਦਰ ਆਈਆਂ ਸੀਗੀਆਂ, ਜਿਸ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਹੁਣ ਫੇਰ ਗੱਲ ਕਰ ਰਹੇ ਕੌਂਸਲ ਦੇ ਅੰਦਰ। ਤੇ ਇਹ ਸਭ ਤੋਂ ਮੇਨ ਕੁਐਸਚਨ ਹੈਗਾ ਜਿਹੜਾ ਕਈ ਵਾਰ ਰਿਪੀਟ ਹੁੰਦਾ ਪੇਪਰ ਦੇ ਅੰਦਰ, ਠੀਕ ਹੈ। ਅੱਗੇ ਗੱਲ ਕਰਦੇ ਹਾਂ 5 ਗ੍ਰੇਟ ਇਵੈਂਟਸ ਆਫ ਬੁੱਧਿਸਟ ਲਾਈਫ ਐਂਡ देयर ਸਿੰਬਲਸ, ਠੀਕ ਹੈ। ਇਹਨਾਂ ਦੇ ਲਾਈਫ ਦੇ ਸਿੰਬਲ ਕੀ ਸੀਗੇ, ਠੀਕ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਕ੍ਰੋਨੋਕਲੀ ਆਰਡਰ ਦੇ ਅੰਦਰ ਆਪਾਂ ਗੱਲ ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾ ਇਵੈਂਟ ਕੀ ਹੋਇਆ ਸੀ, ਬਰਥ, ਜਿਹੜਾ ਕਿੱਥੇ ਹੋਇਆ ਸੀਗਾ, ਲੰਬੂਨੀ ਕਪਿਲਵਸਤਾ, ਠੀਕ ਹੈ, ਜਿਹੜਾ ਐਟ ਪ੍ਰੈਜ਼ੈਂਟ ਕਿੱਥੇ ਹੈਗਾ ਤੁਹਾਡਾ, ਨੇਪਾਲ ਦੇ ਅੰਦਰ। ਕਿੱਥੇ ਹੈਗਾ ਤੁਹਾਡਾ, ਨੇਪਾਲ ਦੇ ਅੰਦਰ, ਠੀਕ ਹੈ। ਤੇ ਉਸ ਟਾਈਮ ਇਹਨਾਂ ਦਾ ਨਾਮ, ਉਸ ਟਾਈਮ ਕੋਈ ਪ੍ਰੋਪਰ ਉਸ ਚੀਜ਼ ਦਾ ਨਾਮ ਨਹੀਂ ਸੀਗਾ ਜਿਹੜੀ ਇਵੈਂਟ ਹੋਇਆ ਸੀਗਾ, ਤੇ ਏਜ ਵੀ ਉਸ ਟਾਈਮ 0 ਹੀ ਸੀ। ਤੇ ਜਿਹੜਾ ਬਰਥ ਜਿਹੜਾ ਇਵੈਂਟ ਸੀਗਾ ਉਸ ਨੂੰ ਕਿਸ ਸਿੰਬਲ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ, ਲੋਟਸ ਤੇ ਬੁੱਲ ਨਾਲ, ਠੀਕ ਹੈ। ਯਾਦ ਰੱਖਣਾ ਆ ਜਿਹੜੇ ਸਿੰਬਲਸ ਹੈ ਕਾਫੀ ਵਾਰ ਪੇਪਰ ਦੇ ਅੰਦਰ ਰਿਪੀਟ ਹੁੰਦੇ ਹੈਗੇ। ਜਿਹੜਾ ਬਰਥ ਸੀਗਾ ਉਹ ਕਿਸ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ, ਲੋਟਸ ਤੇ ਬੁੱਲ ਨਾਲ। ਅੱਗੇ ਗੱਲ ਕਰਦੇ ਹਾਂ ਦਾ ਗ੍ਰੇਟ ਰੈਨਿਊਕੇਸ਼ਨ, ਜਿਸ ਜਿਹੜੀ ਕੀ ਕੀਤੀ ਸੀ ਲੁੰਬਣੀ ਅੰਦਰ ਹੋਈ ਸੀ, ਮਤਲਬ ਕਿ ਜਿਹੜੇ ਇਹ ਆਪਣਾ
ਗ੍ਰਸਤ ਤਿਆਗ ਕੇ ਗਏ ਸੀਗੇ, ਮਤਲਬ ਕਿ ਘਰ ਤਿਆਗ ਕੇ ਚਲੇ ਗਏ ਸੀਗੇ ਆਪਣੀ ਪੂਰੀ ਮਤਲਬ ਕਿ ਵਿਆਹੀ ਹੋਈ ਸ਼ਾਦੀ ਨੂੰ ਵੀ ਮਤਲਬ ਕਿ ਇੱਕ ਤਰ੍ਹਾਂ ਤਿਆਗਤਾ, ਮਤਲਬ ਕਿ ਗ੍ਰਸਤ ਜੀਵਨ ਤਿਆਗ ਕੇ ਚਲੇ ਗਏ ਸੀਗੇ। ਠੀਕ ਹੈ, ਉਹ ਕਿਹੜੀ ਉਸ ਜਿਹੜੀ ਈਵੈਂਟ ਸੀਗਾ ਉਸਦਾ ਨਾਮ ਕੀ ਕਿਹਾ ਜਾਂਦਾ ਹੈਗਾ, ਮਹਾਬਿਨਿਸ਼ਕਰਮਾ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਮਹਾਬਿਸ਼ਕਰਮਾ ਦਾ ਮਤਲਬ ਕੀ ਸੀਗਾ, ਗ੍ਰਸਤ ਤਿਆਗ ਦੇਣਾ। ਠੀਕ ਹੈ, ਮਤਲਬ ਕਿ ਸਾਧ ਬਣ ਗਏ, ਕਿਹੜੀ ਉਮਰ 'ਚ ਸਾਧ ਬਣੇ ਸੀ, 29 ਸਾਲ ਦੀ ਉਮਰ 'ਚ ਸਾਧ ਬਣੇ ਸੀਗੇ, ਜਿਸ ਦੇ ਰਿਗਾਰਡਿੰਗ ਸਿੰਬਲ ਕੀ ਮੰਨਿਆ ਜਾਂਦਾ, ਹਾਰਸ ਮੰਨਿਆ ਜਾਂਦਾ ਹੈ। ਕਹਿੰਦੇ ਕਿ ਸਾਧੂ ਬਣਨ ਲਈ ਕਿੱਥੇ ਗਏ ਸੀ, ਆਪਾਂ ਯਾਦ ਰੱਖਣ ਨਹੀਂ ਕਰ ਸਕਦੇ ਕਿ ਹਾਰਸ ਤੇ ਗਏ ਸੀਗੇ। ਲੋਟਸ ਤੇ ਬੁੱਲ ਨਾਲ ਉਹਨਾਂ ਦਾ ਕੀ ਹੋਇਆ ਸੀਗਾ, ਜਨਮ ਹੋਇਆ ਸੀਗਾ। ਸਾਧ ਬਣਨ ਲਈ ਕਿਸ ਤੇ ਗਏ ਸੀਗੇ, ਘੋੜੇ ਤੇ ਗਏ ਸੀਗੇ। ਠੀਕ ਹੈ, ਐਨਲਾਈਟਮੈਂਟ ਮਤਲਬ ਕਿ ਗਿਆਨ ਦੀ ਪ੍ਰਾਪਤੀ ਜਿਹੜੀ ਹੋਈ ਸੀ ਕਿੱਥੇ ਹੋਈ ਸੀ, ਗਿਆ ਬਿਹਾਰ। ਗਿਆ ਐਟ ਪ੍ਰੈਜ਼ੈਂਟ ਕਿੱਥੇ ਹੈਗਾ, ਬਿਹਾਰ ਦੇ ਅੰਦਰ। ਤੇ ਜਿਸ ਨੂੰ ਪਾਲੀ ਲੈਂਗੁਏਜ ਦੇ ਅੰਦਰ ਕੀ ਕਿਹਾ ਜਾਂਦਾ, ਨਿਰਵਾਣਾ। ਨਿਰਵਾਣਾ ਮਤਲਬ ਕਿ ਐਨਲਾਈਟਮੈਂਟ। ਠੀਕ ਹੈ, ਕਿਹੜੀ ਉਮਰ 'ਚ ਹੋਈ ਸੀ, 35 ਸਾਲ ਦੀ ਉਮਰ 'ਚ। ਜਿਹੜੀ ਕਿਹੜੇ ਟਰੀ ਦੇ ਨੀਚੇ ਇਹਨਾਂ ਨੇ ਕੀਤੀ ਸੀ, ਬੋਧ ਦੀ ਟਰੀ ਦੇ ਨੀਚੇ ਗਈ ਸੀ, ਜਿਹੜੀ ਐਟ ਪ੍ਰੈਜ਼ੈਂਟ ਵੀ ਕਿੱਥੇ ਹੈਗਾ, ਬੋਧ ਗਿਆ ਬਿਹਾਰ ਦੇ ਅੰਦਰ ਹੈਗਾ। ਅੱਗੇ ਗੱਲ ਕਰਦੇ ਹਾਂ, ਫਸਟ ਸਰਮਨ ਮਤਲਬ ਕਿ ਉਪਦੇਸ਼ ਜਿਹੜਾ ਪਹਿਲਾਂ ਦਿੱਤਾ ਸੀ ਇਹਨਾਂ ਨੇ, ਕਿੱਥੇ ਦਿੱਤਾ ਸੀ, ਸਾਰਨਾਥ ਯੂਪੀ ਦੇ ਅੰਦਰ। ਤੇ ਜਿਹੜਾ ਧਰਮ ਚੱਕਰਾ, ਜਿਸ ਨੂੰ ਆਪਾਂ ਇਸ ਇਵੈਂਟ ਨੂੰ ਨਾਮ ਕੀ ਦਿੰਦੇ ਹੈਗੇ ਆ, ਧਰਮ ਚੱਕਰਾ ਪਰਿਵਰਤਨ। ਠੀਕ ਹੈ, ਧਰਮ ਚੱਕਰ ਪਰਿਵਰਤਨ, ਬਹੁਤ ਜ਼ਿਆਦਾ ਪਰਿਵਰਤਨ ਹੋਇਆ ਸੀਗਾ, ਜਿਸ ਦੇ ਰਿਗਾਰਡਿੰਗ ਬੁੱਧੀਜ਼ਮ ਬਾਰੇ ਪਤਾ ਲੱਗਿਆ। ਬੁੱਧੀਜ਼ਮ ਐਕਸਪੈਂਡ ਹੋਇਆ ਬਹੁਤ ਜ਼ਿਆਦਾ। ਇਹਨਾਂ ਨੇ ਕੀ ਕੀਤੀ ਹੈਗੀ, ਬੁੱਧੀਜ਼ਮ ਨੇ ਦੀਵਾਰਾਂ ਤੋੜੀਆਂ, ਮਤਲਬ ਕਿ ਜਿਹੜੇ ਬਹੁਤ ਜ਼ਿਆਦਾ ਕੀ ਹੋਇਆ ਸੀਗਾ ਉਸ ਟਾਈਮ, ਮਤਲਬ ਕਿ ਰਿਲੀਜੀਅਸ ਦੇ ਰਿਗਾਰਡਿੰਗ ਕਾਫੀ ਊਚ ਨੀਚ ਦੇ ਭਾਵ ਰੱਖੇ ਜਾਂਦੇ ਸੀ, ਉਸ ਨੂੰ ਇਹਨਾਂ ਨੇ ਕੀ ਕੀਤਾ ਸੀ, ਖਤਮ ਕੀਤਾ ਸੀ। 35 ਸਾਲ ਦੀ ਉਮਰ 'ਚ ਹੋਇਆ ਸੀਗਾ ਜਿਹੜਾ ਇਹ ਇਵੈਂਟ ਹੋਇਆ ਸੀਗਾ ਇਹਨਾਂ ਦਾ, ਬੁੱਧੀਜ਼ਮ ਦੇ ਰਿਗਾਰਡਿੰਗ, ਮਹਾਤਮਾ ਬੁੱਧ ਜੀ ਦਾ ਧਰਮ ਚੱਕਰਾ ਪਰਿਵਰਤਨ। ਤੇ ਇਸ ਨੂੰ ਰਿਪਰੈਜ਼ੈਂਟ ਕਿਸ ਨਾਲ ਕੀਤਾ ਜਾਂਦਾ ਹੈਗਾ, ਵੀਲ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਡੈਥ। ਡੈਥ ਮਤਲਬ ਕਿ ਇਸ 'ਚ ਆਪਾਂ ਗੱਲ ਕਰੀਏ ਇਸ ਇਵੈਂਟ ਨੂੰ ਕੀ ਕਹਿੰਦੇ, ਮੋਕਸ਼, ਮਹਾਪਰਿਨਿਰਵਾਣਾ। ਮਹਾਪਰਿਨਿਰਵਾਣਾ ਕਿਹਾ ਜਾਂਦਾ ਹੈਗਾ ਇਸ ਨੂੰ, ਜਿਹੜਾ ਖੁਸ਼ੀਨਗਰ ਯੂਪੀ ਦੇ ਅੰਦਰ ਹੋਇਆ ਸੀਗਾ, ਜਿਹੜਾ 80 ਸਾਲ ਦੀ ਉਮਰ 'ਚ ਹੋਇਆ ਸੀਗਾ। ਤੇ ਜਿਸ ਦੇ ਰਿਗਾਰਡਿੰਗ ਇਸ ਨੂੰ ਸਿੰਬਲ ਦੇ ਰਿਗਾਰਡਿੰਗ ਕੀ ਬਣਾਇਆ ਜਾਂਦਾ, ਸਤੂਪਾ, ਜਿਵੇਂ ਸਾਂਚੀ ਸਤੂਪਾ ਹੈਗੇ ਹੈ, ਕਾਫੀ ਸਤੂਪਾਸ ਹੈਗੀਆਂ ਬੁੱਧੀਜ਼ਮ ਦੇ ਰਿਗਾਰਡਿੰਗ। ਵੈਸੇ ਬੁੱਧੀਜ਼ਮ ਦੀ ਜਿਹੜੀ ਸ਼ੁਰੂਆਤ ਹੈਗੀ ਸੀ, ਉਹ ਸ਼ੁਰੂਆਤ ਹੀ ਕਿੱਥੇ ਹੋਈ ਸੀ, ਇੰਡੀਆ ਦੇ ਅੰਦਰ। ਤੇ ਫਸਟ ਸੈਂਚਰੀ ਮਤਲਬ ਫਸਟ AD ਦੇ ਅੰਦਰ ਕਿੱਥੇ ਪਹੁੰਚਿਆ ਸੀ, ਉਹ ਤੁਹਾਡਾ ਚਾਈਨਾ ਪਹੁੰਚਿਆ ਸੀਗਾ। ਕਈ ਵਾਰ ਕੁਐਸਚਨ ਆ ਜਾਂਦਾ ਹੁੰਦਾ ਇਸ ਦੇ ਰਿਗਾਰਡਿੰਗ। ਨੈਕਸਟ ਚੱਲਦੇ ਹਾਂ ਅੱਗੇ। 4 ਨੋਬਲ ਟਰੂਥ, ਮੇਨ 4 ਇਹਨਾਂ ਦੇ ਕੀ ਸੀਗੇ, ਆਰਿਆ ਸੱਤੇ ਸੀਗੇ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕਹਿੰਦੇ ਕਿ ਮੇਨ 4 ਚੀਜ਼ਾਂ ਆਪਾਂ ਦੁਨੀਆ ਦੇ ਰਿਗਾਰਡਿੰਗ ਕੀ ਹੈ, ਦਾ ਵਰਲਡ ਇਜ਼ ਫੁੱਲ ਆਫ ਸੋਰੋ, ਮਤਲਬ ਦੁੱਖ ਨਾਲ ਭਰੀ ਹੋਈ ਦੁਨੀਆ ਹੈਗੀ ਹੈ। ਕਾਫੀ ਆਪਾਂ ਗ੍ਰੰਥਾਂ ਦੇ ਅੰਦਰ ਇਹ ਚੀਜ਼ਾਂ ਕਹੀਆਂ ਹੈਗੀਆਂ ਕਿ ਇਸ ਨੂੰ ਉਹਨਾਂ ਨੇ ਕੀ ਕੀਤਾ ਸੀਗਾ, ਰਿਪਰੈਜ਼ੈਂਟ ਕੀਤਾ ਸੀ ਦੁੱਖਾ, ਜਿਸ ਨੂੰ ਉਹ ਕੀ ਕਹਿੰਦੇ ਸੀਗੇ, ਦੁੱਖਾ ਕਹਿੰਦੇ ਸੀਗੇ। ਠੀਕ ਹੈ, ਕਹਿੰਦੇ ਦੁੱਖ ਨਾਲ ਭਰੀ ਹੋਈ ਹੈ। ਦੁੱਖ ਨਾਲ ਭਰੀ ਹੋਈ ਕਿਉਂ ਹੈ, ਅਗਲੀ ਇਹਨਾਂ ਨੇ ਨੋਬਲ ਟਰੂਥ ਦੇ ਅੰਦਰ ਸੈਕਿੰਡ ਦੇ ਅੰਦਰ ਕਿਹਾ ਕਿ ਡਿਜ਼ਾਇਰ ਕਰਕੇ, ਡਿਜ਼ਾਇਰ ਮਤਲਬ ਇੱਛਾ ਕਰਕੇ ਆਪਣਾ ਕੀ ਹੈਗਾ, ਦੁੱਖ ਨਾਲ ਭਰੀ ਹੋਈ ਹੈ। ਠੀਕ ਹੈ, ਜਿਸ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਦੁੱਖਾ ਸਮੂਧਾ। ਠੀਕ ਹੈ, ਕਹਿੰਦੇ ਫਿਰ ਡਿਜ਼ਾਇਰ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹੈਗੇ, ਮਤਲਬ ਕਿ ਜੇ ਆਪਾਂ ਡਿਜ਼ਾਇਰ ਉੱਤੇ ਕੰਟਰੋਲ ਕਰੀਏ, ਤੀਜੇ ਦੇ ਅੰਦਰ ਉਹਨਾਂ ਕਿਹਾ ਕਿ ਆਪਣੀ ਡਿਜ਼ਾਇਰ ਤੇ ਕੰਟਰੋਲ ਕਰੋ। ਡਿਜ਼ਾਇਰ ਤੇ ਕੰਟਰੋਲ ਕਰ ਲਾਂਗੇ ਤਾਂ ਆਪਾਂ ਕੀ ਕਰ ਲਾਂਗੇ, ਦੁੱਖ ਨੂੰ ਨਿਯੰਤਰਣ ਕਰ ਲਾਂਗੇ ਤੇ ਆਪਾਂ ਆਰਾਮ ਨਾਲ ਜ਼ਿੰਦਗੀ ਕਰ ਲਾਂਗੇ, ਜੀ ਲਾਂਗੇ। ਤੇ ਉਹਨਾਂ ਨੇ ਡਿਜ਼ਾਇਰ ਨੂੰ ਕੰਟਰੋਲ ਕਰਨ ਦੇ ਰਿਗਾਰਡਿੰਗ 8 ਫੋਲਡ ਦਿੱਤੇ ਸੀ, 8 ਪਾਥ ਦਿੱਤੇ ਸੀਗੇ, ਜਿਹਨੂੰ ਅਸ਼ਟਨਗਿਰਾਕਾ ਮਾਰਗ ਕਿਹਾ ਜਾਂਦਾ ਹੈਗਾ। ਉਹਨਾਂ ਬਾਰੇ ਆਪਾਂ ਅੱਗੇ ਗੱਲ ਕਰਦੇ ਹੈਗੇ। ਜਿਹੜੇ 8 ਫੋਲਡ ਸੀਗੇ ਉਹ ਕਿਹੜੇ ਕਿਹੜੇ ਸੀਗੇ, ਠੀਕ ਹੈ। 8 ਫੋਲਡ ਪਾਰਟ ਫੋਲੋਡ ਕਿਹੜੇ ਸੀਗੇ, ਸਮਯਕ ਦ੍ਰਿਸ਼ਟ ਮਤਲਬ ਕਿ ਰਾਈਟ ਅੰਡਰਸਟੈਂਡਿੰਗ, ਮਤਲਬ ਕਿ ਆਪਾਂ ਪ੍ਰੋਪਰ ਅੰਡਰਸਟੈਂਡਿੰਗ ਕਰਨੀ ਆਰਾਮ ਨਾਲ ਸਮਝ ਕੇ। ਠੀਕ ਹੈ, ਸਮਯਕ ਸੰਕਲਪਾ, ਰਾਈਟ ਰਿਜ਼ੋਲਵ ਕਰਨਾ ਕਿਸੇ ਨੂੰ ਸੰਕਲਪ ਲੈ ਕੇ। ਠੀਕ ਹੈ, ਸਮਯਕ ਬਾਣੀ, ਆਪਣੀ ਸਪੀਚ ਤੇ ਮਤਲਬ ਕੰਟਰੋਲ ਕਰਨਾ, ਗੁੱਸੇ ਨਾਲ ਨਹੀਂ ਬੋਲਣਾ, ਆਪਣੇ ਕਰਮ ਨੂੰ ਕੰਟਰੋਲ ਕਰਨਾ, ਐਕਸ਼ਨ ਨੂੰ ਕੰਟਰੋਲ ਕਰਨਾ। ਅਜੀਬ ਮਤਲਬ ਕਿ ਤੁਸੀਂ ਰਹਿੰਦੇ ਕਿਸ ਤਰ੍ਹਾਂ ਹੋ, ਕਿਸੇ ਨਾਲ ਤੰਗ ਮਤਲਬ ਕਿ ਸਾਰਿਆਂ ਨਾਲ ਮਿਲ ਵਰਤਨ ਨਾਲ ਰਹਿਣਾ। ਵਯਮ, ਕੀ ਐਫਰਟ ਕਰਦੇ ਹੈਗੇ ਲਾਈਫ ਦੇ ਅੰਦਰ। ਸਮ੍ਰਿਤੀ, ਠੀਕ ਹੈ, ਤੇ ਮਾਈਂਡਫੁਲ ਤੇ ਥੋਟ ਨੂੰ ਕੀ ਕਰੋ, ਕੰਟਰੋਲ ਕਰੋ। ਤੇ ਸਮਾਧੀ ਜਿਹੜਾ ਲਾਸਟ ਇਹਨਾਂ ਦੇ ਗਿਆ, ਸੈਲਫ ਕੰਸੈਂਟਰੇਸ਼ਨ ਕਰੋ, ਆਪਣੇ ਆਪ ਨੂੰ ਕੰਟਰੋਲ ਕਰੋ, ਸਾਰਾ ਕੁਝ। ਅੱਗੇ ਗੱਲ ਕਰਦੇ ਆ, ਇਹਨਾਂ ਦੇ 3 ਰਤਨ ਸੀਗੇ। ਦੇਰ ਆਰ ਦਾ 3 ਬੇਸ ਪਿਲਰ, ਜਿਨ੍ਹਾਂ 3 ਰਤਨਾਂ ਨੂੰ ਕੀ ਕਹਿੰਦੇ, ਬੇਸ ਪਿਲਰ ਮੰਨਿਆ ਜਾਂਦਾ ਹੈਗਾ ਬੁੱਧੀਜ਼ਮ ਦੇ ਰਿਗਾਰਡਿੰਗ। 3 ਰਤਨ ਦੇ ਬੁੱਧੀਜ਼ਮ ਦੇ ਰਿਗਾਰਡਿੰਗ ਕਿਹੜਾ ਸੀਗਾ, ਬੁੱਧਾ, ਧਾਮਾ ਤੇ ਸੰਘਾ। ਬੁੱਧਾ ਦਾ ਮਤਲਬ ਕੀ ਸੀਗਾ, ਹਾਈਐਸਟ ਸਪਿਰਿਚੁਅਲ ਪੋਟੈਂਸ਼ੀਅਲ ਇਨ ਐਵਰੀ ਹਿਊਮਨ ਬੀਇੰਗ। ਜਦ ਬੁੱਧਾ ਮਤਲਬ ਕੀ ਸੀਗਾ ਕਿ ਜਦ ਸਪਿਰਿਚੁਅਲ ਪੋਟੈਂਸ਼ੀਅਲ, ਜਦ ਤੁਸੀਂ ਕੀ ਕਰ ਰਹੇ ਹੁੰਦੇ ਹੋ, ਇੱਕਮਿਕ ਹੋਣਾ ਸ਼ੁਰੂ ਹੋ ਜਾਂਦੇ ਹੋ ਪਰਮਾਤਮਾ ਨਾਲ, ਤਦ ਉਸ ਨੂੰ ਉਹ ਕਿਸ ਨਾਲ ਕਹਿੰਦੇ ਸੀ, ਬੁੱਧਾ ਨਾਲ ਕਹਿੰਦੇ ਸੀ। ਧਾਮਾ ਕੀ ਕਹਿੰਦੇ ਸੀ, ਕਹਿੰਦੇ ਜਿਹੜੇ ਬੁੱਧੀਜ਼ਮ ਪਹਿਲਾਂ ਤਾਂ ਇੱਕਮਿਕ ਹੋਗਾ, 3 ਪਿਲਰ ਸੀ। ਸਭ ਤੋਂ ਪਹਿਲਾ ਕੰਮ ਕੀ ਸੀਗਾ,
ਕਿ ਆਪਣਾ ਇਕਮਿਕ ਹੋਣਾ। ਦੂਜਾ ਕੀ ਸੀਗਾ ਕਿ ਬੁੱਧੀਜ਼ਮ ਨੂੰ ਕੀ ਕਰਨਾ ਹੈਗਾ, ਟੀਚਿੰਗ ਨੂੰ ਫੋਲੋ ਕਰਨਾ, ਜਿਹਨੂੰ ਧਾਮਾ ਕਹਿੰਦੇ ਸੀ। ਤੀਜਾ ਕੀ ਸੀਗਾ, ਸਾਂਗਾ। ਸਾਂਗਾ ਮਤਲਬ ਕਿ ਆਰਗੇਨਾਈਜੇਸ਼ਨ ਆਫ ਮੌਂਕ ਤੇ ਪ੍ਰੈਕਟਿਸ ਕਰਨੀ, ਮੌਂਕ ਬਣਾਉਣਾ ਤੇ ਪ੍ਰੈਕਟਿਸ ਕਰਨਾ ਬੁੱਧੀਜ਼ਮ ਦੇ ਰਿਗਾਰਡਿੰਗ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਬੁੱਧਿਸਟ ਲਿਟਰੇਚਰ। ਜਿਵੇਂ ਤੁਹਾਨੂੰ ਪਤਾ ਹੀ ਹੈ, ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ, ਜਿਵੇਂ ਫਸਟ ਕਾਉਂਸਲ ਦੇ ਅੰਦਰ ਸੂਤਾ ਪਿਟਾਕਾ ਤੇ ਵਿਨਾਏ ਪਿਟਾਕਾ ਦੀ ਆਪਾਂ ਗੱਲ ਕੀਤੀ ਸੀ। ਠੀਕ ਹੈ, ਇਹ ਜਿਹੜੇ ਸਾਰੇ ਜਿਹੜੇ ਲਿਟਰੇਚਰ ਬਣਿਆ ਮੈਕਸਿਮਮ ਕਿਸ ਲੈਂਗੁਏਜ ਬਣਿਆ, ਪਾਲੀ ਲੈਂਗੁਏਜ। ਠੀਕ ਹੈ, ਮੇਨਲੀ ਪਾਲੀ ਲੈਂਗੁਏਜ ਕਿਸ ਨਾਲ ਹੈਗੀ, ਬੁੱਧਿਸਟ ਨਾਲ ਹੈਗੀ ਹੈ। ਠੀਕ ਹੈ, ਜਿਸ ਨੂੰ ਆ ਜਿਹੜੇ ਰੈਫਰ ਕਰਦੇ ਹੈਗੇ ਆਪਾਂ, ਤਿੰਨ ਜਿਹੜੇ ਪਿਟਾਕਾਸ ਹੈਗੇ ਆ, 3 ਪਿਟਾਕਾਸ ਕਿਹਾ ਜਾਂਦਾ, 3 ਫੋਲਡ ਬਾਸਕਟ ਵੀ ਕਿਹਾ ਜਾਂਦਾ, ਇਸ ਨੂੰ ਧਿਆਨ ਰੱਖਣਾ। ਠੀਕ ਹੈ, ਕਈ ਵਾਰ ਕੁਐਸਚਨ ਆਉਂਦਾ ਕਿ ਨੀਚੇ ਦਿੱਤੇ ਹੋਏ ਚ ਕਿਹੜੀ 3 ਫੋਲਡ ਬਾਸਕਟ ਨਹੀਂ ਹੈ। ਅੱਗੇ ਗੱਲ ਕਰੀਏ ਸੂਤਾ ਪਿਟਾਕਾ, ਕਲੈਕਸ਼ਨ ਆਫ ਦਾ ਬੁੱਧਾਸ ਸਰਮਨਸ ਮਤਲਬ ਕਿ ਉਪਦੇਸ਼ ਜਿਹੜੇ ਦਿੱਤੇ ਸੀ ਬੁੱਧਿਸਟ ਜੀ ਨੇ। ਵਿਨਾਇਕ ਪਿਟਾਕਾ ਜਿਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨ ਬਾਰੇ ਗੱਲ ਕੀਤੀ ਗਈ ਹੈਗੀ ਹੈ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਆਦਿ ਧਾਮਾ ਪਿਟਾਕਾ। ਆਦਿ ਧਾਮਾ ਪਿਟਾਕਾ ਜਿਹੜੀ ਫਿਲੋਸਫੀ ਸੀਗੀਆਂ ਬੁੱਧਿਜ਼ਮ ਰਿਲੀਜਨ ਦੇ ਰਿਗਾਰਡਿੰਗ, ਉਹ ਸਾਰੀ ਫਿਲੋਸਫੀ ਦੇ ਪ੍ਰਿੰਸੀਪਲ ਨੂੰ ਕੀ ਕੀਤਾ ਗਿਆ, ਇਹਦੇ ਵਿੱਚ ਐਗਜ਼ੀਕਿਊਟ ਕੀਤਾ ਗਿਆ ਹੈਗਾ। ਅੱਗੇ ਗੱਲ ਕਰਦੇ ਹਾਂ ਬੁੱਧਿਸਟ ਆਰਕੀਟੈਕਚਰ ਦੀ। ਬੁੱਧਿਸਟ ਜਿਹੜੇ ਆਰਕੀਟੈਕਚਰ ਦੀ ਸਟਾਰਟਿੰਗ ਦੇ ਅੰਦਰ ਕੀ ਸੀਗੇ, ਟੈਂਪਲ ਦੀ ਤਰ੍ਹਾਂ ਸੀਗੇ, ਉੱਪਰੋਂ ਇਹਨਾਂ ਦਾ ਗੁੰਬਦ ਹੁੰਦਾ ਸੀਗਾ। ਠੀਕ ਹੈ, ਤੇ ਸਿੰਬਲ ਅਲੱਗ-ਅਲੱਗ ਤਰ੍ਹਾਂ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਠੀਕ ਹੈ, ਜਿਹੜੇ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਹੁਣ ਥੋੜੀ ਦੇਰ ਪਹਿਲਾਂ ਵੀ ਗੱਲ ਕੀਤੀ ਸੀ, ਅਜੰਤਾ ਲੋਰਾ ਕੇਵਸ ਦੇ ਅੰਦਰ ਇਹਨਾਂ ਦਾ ਮਿਲਦਾ ਹੈਗਾ। ਜਿਵੇਂ ਸਾਂਚੀ ਸਤੂਪਾਸ ਹੈਗਾ, ਉਹ ਵੀ ਕੀ ਹੈਗਾ ਤੁਹਾਡਾ ਇਹਨਾਂ ਨਾਲ ਹੀ ਬਿਲੋਂਗ ਹੈਗੇ ਆ। ਠੀਕ ਹੈ, ਬੁੱਧਿਜ਼ਮ ਦੇ ਰਿਗਾਰਡਿੰਗ ਜਿਹੜੇ ਸਤੂਪ ਸੀਗੇ ਇੰਡੀਆ ਦੇ ਅੰਦਰ, ਜਿਹੜੇ ਸਤੂਪ ਹੈ ਉਹ ਇਸ ਟਾਈਪ ਦੇ ਪਾਏ ਜਾਂਦੇ ਹੈਗੇ। ਮਗਰ ਜਿਹੜੇ ਆਪਾਂ ਜਿਵੇਂ ਆਪਾਂ ਚੀਨ ਕਰਨੀ ਚੱਲੀਏ, ਚਾਈਨਾ ਕਰਨੀ, ਤੇ ਉੱਥੇ ਜਿਹੜੇ ਸਤੂਪਾਂ ਦੀ ਜਿਹੜੀ ਸਟਰਕਚਰ ਹੈ ਚੇਂਜ ਹੋ ਜਾਂਦੀ ਹੈ। ਉੱਥੇ ਕੀ ਆ ਜਾਂਦੇ ਹੈਗੇ, ਫਲੋਰਸ ਆ ਜਾਂਦਾ ਸਤੂਪਾ, ਤੇ ਉੱਪਰ ਕੀ ਆ ਜਾਂਦਾ, ਗੁੰਬਦ ਆ ਜਾਂਦਾ, ਤੇ ਉੱਪਰ ਇਹ ਸਾਰਾ ਕੁਝ ਹੋ ਜਾਂਦਾ ਹੈ। ਜਿਵੇਂ ਹਵਾ ਪਾਣੀ ਉਹਨਾਂ ਨੇ ਅਲੱਗ-ਅਲੱਗ ਚੀਜ਼ਾਂ ਨਾਲ ਕੀ ਕੀਤਾ ਜਾਂਦਾ, ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਲਾਸਟ ਕੰਟਰੀਬਿਊਸ਼ਨ ਆਫ ਬੁੱਧਿਜ਼ਮ ਦੇ ਰਿਗਾਰਡਿੰਗ। ਠੀਕ ਹੈ, ਕੀ ਕੰਟਰੀਬਿਊਟ ਕੀਤਾ ਉਹਨਾਂ ਨੇ। ਧਮਪਦ ਇਜ਼ ਨੋਨ ਐਜ਼ ਗੀਤਾ ਆਫ ਬੁੱਧਿਜ਼ਮ। ਜਿਹੜਾ ਧਮਪਦ ਹੈਗਾ ਉਹ ਕੀ ਹੈਗਾ, ਗੀਤਾ ਹੈਗੀ ਹੈ। ਗੀਤਾ ਜਿਵੇਂ ਆਪਾਂ ਗ੍ਰੰਥ ਕਹਿ ਸਕਦੇ ਹੈਗੇ ਆ, ਬੁੱਧਿਜ਼ਮ ਦਾ ਜਿਹੜਾ ਗ੍ਰੰਥ ਹੈ ਉਹਨੂੰ ਕੀ ਕਹਿੰਦੇ ਆ, ਧਮਪਦ। ਠੀਕ ਹੈ, ਇਹਦੇ ਵਿੱਚ ਸਾਰੀਆਂ ਮੇਨ ਟੈਕਸਟ ਹੈਗੇ ਬੁੱਧਿਜ਼ਮ ਦੇ ਰਿਗਾਰਡਿੰਗ। ਠੀਕ ਹੈ, ਅੱਗੇ ਗੱਲ ਕਰਦੇ ਆ ਅਸ਼ਵਘੋਸ਼ਾ। ਅਸ਼ਵਘੋਸ਼ਾ ਕੌਣ ਸੀਗੇ, ਬੁੱਧਿਸਟ ਮੌਂਕ ਸੀਗੇ। ਮੌਂਕਸ ਮਤਲਬ ਕਿ ਜਿਵੇਂ ਸਾਧੂ ਸੀਗੇ, ਤੇ ਜਿਨ੍ਹਾਂ ਨੇ ਬੁੱਧਾ ਚਰਿਤਮ ਲਿਖਿਆ ਸੀਗਾ, ਬੁੱਧਾ ਚਰਿਤਮ। ਠੀਕ ਹੈ, ਬੁੱਧਿਜ਼ਮ ਪ੍ਰੂਵ ਟੂ ਬੀ, ਅਸਲ 'ਚ ਬੁੱਧਿਜ਼ਮ ਨੇ ਹੀ ਕੀ ਕੀਤਾ ਸੀ, ਪਹਿਲਾਂ ਕਿਸੇ ਆਈਸੋਲੇਸ਼ਨ ਦੇ ਅੰਦਰ ਸੀਗਾ ਇੰਡੀਆ ਮਤਲਬ ਕਿ ਸਿਰਫ ਆਪਣੇ ਵਿੱਚ ਹੀ ਰਹਿੰਦਾ ਸੀ, ਨਾ ਬਾਹਰ ਜਾਂਦਾ ਸੀ, ਨਾ ਬਾਹਰੋਂ ਕੋਈ ਉੱਥੇ ਆਉਂਦਾ ਸੀਗਾ। ਜਿਵੇਂ ਹੁਣ ਆਪਾਂ ਆਈਸੋਲੇਸ਼ਨ ਦੇ ਅੰਦਰ ਹੈਗੇ ਆ, ਜਿਵੇਂ ਕਰੋਨਾ ਵਾਇਰਸ ਕਰਕੇ। ਤੇ ਉਸੇ ਤਰ੍ਹਾਂ ਕੀ ਸੀਗਾ, ਇਹਨਾਂ ਨੇ ਕੀ ਕੀਤੀਆਂ, ਆਈਸੋਲੇਸ਼ਨ ਦੀਆਂ ਦੀਵਾਰਾਂ ਤੋੜੀਆਂ ਸੀਗੀਆਂ। ਜਦੋਂ ਬੁੱਧਿਜ਼ਮ ਕੀ ਹੋਣ ਲੱਗ ਗਿਆ ਸੀ, ਐਕਸਪੈਂਡ ਹੋਣ ਲੱਗ ਗਿਆ ਸੀ, ਬਾਹਰੋਂ ਲੋਕੀ ਇੰਡੀਆ ਆਉਣ ਲੱਗ ਗਏ ਸੀਗੇ ਬੁੱਧਿਜ਼ਮ ਕਰਕੇ। ਠੀਕ ਹੈ, ਤੇ ਬੁੱਧਿਜ਼ਮ ਐਕਸਪੈਂਡ ਹੋਇਆ ਤੇ ਇਹਨਾਂ ਨੇ ਆਈਸੋਲੇਸ਼ਨ ਨੂੰ ਕੀ ਕੀਤਾ, ਐਗਜ਼ੀਕਿਊਟ ਕੀਤਾ, ਜਿਸ ਨੂੰ ਆਪਾਂ ਇਹਨਾਂ ਗ੍ਰੇਟ ਸਿਵਲਾਈਜ਼ਿੰਗ ਫੋਰਸ ਹੋਈਆਂ। ਠੀਕ ਹੈ, ਨੇਬਰ ਕੰਟਰੀ ਨਾਲ ਆਪਾਂ ਇੰਟਰੈਕਟ ਹੋਇਆ, ਸਾਰਾ ਕੁਝ ਇੰਟੀਮੇਟ ਹੋਇਆ। ਠੀਕ ਹੈ, ਇਹ ਸਾਰਾ ਕੁਝ ਹੋਇਆ ਸੀ ਕਿਸ ਕਰਕੇ, ਆਪਾਂ ਬੁੱਧਿਜ਼ਮ ਕਰਕੇ, ਜਿਸ ਨਾਲ ਬਾਅਦ ਚ ਟ੍ਰੇਡ ਵੀ ਸ਼ੁਰੂ ਹੋਇਆ, ਕਾਫੀ ਚੀਜ਼। ਠੀਕ ਹੈ, ਥੈਂਕਸ। ਇਹ ਛੋਟਾ ਜਿਹਾ ਸ਼ਾਰਟ ਨੋਟ ਸੀਗੇ ਕਿਸ ਦੇ ਰਿਗਾਰਡਿੰਗ, ਤੁਹਾਡੇ ਬੁੱਧਿਜ਼ਮ ਦੇ ਰਿਗਾਰਡਿੰਗ, ਜਿਸ ਦੇ ਰਿਗਾਰਡਿੰਗ ਕੀ ਹੈਗਾ ਤੁਹਾਨੂੰ ਟਾਈਮ ਤੇ ਥੋੜੀ ਚੀਜ਼ਾਂ ਨੋਟਸ ਪ੍ਰੋਵਾਈਡ ਕਰ ਦਿੱਤੇ ਜਾਂਦੇ ਹੈਗੇ। ਇਸੇ ਤਰ੍ਹਾਂ ਕੀ ਸੀਗੇ ਆਪਾਂ ਕਈ ਹੋਰ ਟੌਪਿਕਸ ਤੇ ਕੀ ਕਰਾਂਗੇ, ਗੱਲ ਕਰਾਂਗੇ, ਤੇ ਤੁਹਾਨੂੰ ਪ੍ਰੋਪਰ ਤਰੀਕੇ ਸਮਝ ਆਏ ਕਿ ਜੇ ਤੁਹਾਡੇ ਇੱਕ ਤਾਂ ਜੇ ਸਮਝ ਆਇਆ ਪ੍ਰੋਪਰ ਤਰੀਕੇ, ਥੈਂਕਸ। ਠੀਕ ਹੈ, ਤੇ ਦੂਜਾ ਇਸ ਨੂੰ ਚੰਗੀ ਤਰ੍ਹਾਂ ਸੁਣ ਲਓ, ਵਾਰ-ਵਾਰ ਦੇਖ ਲਓ। ਠੀਕ ਹੈ, ਤੁਹਾਨੂੰ ਇਸ ਦੇ ਰਿਗਾਰਡਿੰਗ ਕੀ ਨੋਟਸ ਵੀ ਪ੍ਰੋਵਾਈਡ ਕੀਤੇ ਹੈਗੇ ਆ, ਉਹਨਾਂ ਨੂੰ ਰੀਡ ਕਰੋ। ਤੇ ਜਿਵੇਂ ਇਸ ਦੇ ਰਿਗਾਰਡਿੰਗ ਕੀ ਹੈਗਾ ਤੁਹਾਡੇ ਟੈਸਟ ਚੱਲ ਹੀ ਰਹੇ ਹੈ, ਉਹਨਾਂ ਟੈਸਟ ਨੂੰ ਵੀ ਪ੍ਰੋਪਰ ਦਿਓ ਸਾਰੇ। ਥੈਂਕਸ।